ਖ਼ਵਾਤੀਨ ਹਜ਼ਰਾਤ, ਇਹ ਖੂਬਸੂਰਤ ਜ਼ਿੰਦਗੀ ਦੇ ਪਲ ਤੁਹਾਨੂੰ ਮੁਬਾਰਕ। ਅੱਜ ਅਲਫਾਜ਼ੇ ਜਜ਼ਬਾਤ ਦੇ ਵਿਹੜੇ ਦੇ ਵਿੱਚ ਤੁਹਾਡੇ ਨਾਲ ਕੁਝ ਦਿਲ ਦੇ ਵਲਵਲੇ ਸਾਂਝੇ ਕਰਨ ਦਾ ਇੱਕ ਸ਼ਰਫ ਹਾਸਿਲ ਹੋਇਆ ਹੈ, ਕਹਾਣੀ ਦੇ ਰੂਪ ਦੇ ਵਿੱਚ। ਤੇ ਕਹਾਣੀਆਂ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ ਨੇ। ਕਹਾਣੀਆਂ ਸਾਡੀ ਜ਼ਿੰਦਗੀ ਦੇ ਵਿੱਚੋਂ ਆਲੇ ਦੁਆਲੇ ਵਿਚਰਦਿਆਂ ਰੋਜ਼ ਸਾਡੇ ਨਾਲ ਜੱਫੀ ਪਾ ਕੇ ਨਿਕਲਦੀਆਂ ਨੇ ਤੇ ਅਸੀਂ ਅਵਚੇਤਨਤਾ ਦੇ ਵਿੱਚ ਅਣਗੌਲੇ ਕਰ ਜਾਂਦੇ ਹਾਂ। ਅੱਜ ਪੇਸ਼ ਕਰ ਰਹੇ ਹਾਂ ਤੁਹਾਡੇ ਸਾਹਮਣੇ ਆਪਣੀ ਲਿਖੀ ਕਹਾਣੀ ਕੈਨਵਸ। ਛੱਡ ਯਾਰ, ਛੱਡ, ਮੈਨੂੰ ਕੰਮ ਕਰਨ ਦੇ। ਹਰ ਵੇਲੇ ਬਸ, ਪਲੀਜ਼ ਬਸ, ਇਹ ਕਹਿ ਕੇ ਨਿੱਕੀ ਛੇਤੀ ਨਾਲ ਕਮਰੇ ਚੋਂ ਬਾਹਰ ਚਲੀ ਗਈ। ਅਜੇ ਕੈਨਵਸ ਉੱਤੇ ਕੁਝ ਰੰਗ ਲਗਾਏ ਹੀ ਸਨ ਕਿ ਉਸਦੀ ਵੱਜੀ ਸੱਜੀ ਬਾਂਹ ਨੇ ਇੱਕ ਰੰਗ ਪੂਰੀ ਤਰ੍ਹਾਂ ਲਗਾਏ ਰੰਗਾਂ ਦੇ ਉੱਤੇ ਉਡੇਲ ਦਿੱਤਾ ਤੇ ਬਾਕੀ ਸਾਰੇ ਰੰਗ ਉਸ ਰੰਗ ਥੱਲੇ ਲੁਕ ਗਏ। ਇੱਕ ਪੇਂਟਿੰਗ ਸਿਰਜਣਾ ਤੋਂ ਪਹਿਲਾਂ ਹੀ ਕੋਈ ਹੋਰ ਰੰਗ ਲੈ ਗਈ। ਯਾਰ ਨਿੱਕੀ, ਯਾਰ ਨਿੱਕੀ, ਅੱਜ ਬਹੁਤ ਦਿਲ ਹੈ ਮੇਰਾ। ਕਦੀ ਕਦੀ ਤਾਂ ਕਰਦਾ ਏ, ਤੂੰ ਵੀ ਬਸ ਹਰ ਵਾਰੀ ਇਹ ਕਹਿ ਕੇ ਪਿੱਛਾ ਛੁਡਾ ਲੈਣੀ ਕਿ ਕੰਮ ਕਰਨਾ ਹੈ। ਜਾਨ ਜਿਹੜੇ ਵੀ ਕੰਮ ਕਰਨੇ ਨੇ ਮੈਂ ਨਾਲ ਕਰਾ ਦਿਆਂਗਾ, ਬਟ ਪਲੀਜ਼ ਟਰਾਈ ਟੂ ਅੰਡਰਸਟੈਂਡ ਮਾਈ ਇਮੋਸ਼ਨਸ ਆਲਸੋ, ਮਾਈ ਫੀਲਿੰਗਸ ਆਲਸੋ ਨਿੱਕੀ ਡਾਰਲਿੰਗ। ਹਾਂ, ਜਿਵੇਂ ਮੈਂ ਤਾਂ ਸਮਝਦੀ ਨਹੀਂ। ਬਾਹਰ ਜਾਣ ਲੱਗਿਆ ਨਿੱਕੀ ਨੇ ਖਿੱਚ ਕੇ ਕਿਹਾ, ਪਿਆਰ ਦਾ ਧਾਗਾ ਤਾਂ ਬੜਾ ਪੱਕਾ ਹੁੰਦਾ ਹੈ ਤੇ ਰੰਗ ਵੀ ਗੂੜਾ ਲਾਲ। ਪਰ ਫਿਰ ਇੰਜ ਕਿਉਂ? ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰ ਮੈਂ ਨਿੱਕੀ ਨੂੰ ਮਾਲ ਦੇ ਵਿੱਚ ਮਿਲਿਆ ਸੀ ਤਾਂ ਖੁਸ਼ੀ ਉਸਦੇ ਬੁੱਲ੍ਹਾਂ ਵਿੱਚੋਂ ਡੁੱਲ ਰਹੀ ਸੀ। ਉਹ ਖੁਸ਼ੀ ਜੋ ਆਪਣੇ ਕਲਾਵੇ ਵਿੱਚ ਖਿੱਚ ਕੇ ਲੈ ਜਾਵੇ। ਮੈਂ ਤਕਰੀਬਨ 3 ਘੰਟੇ ਦੀ ਸ਼ਾਪਿੰਗ ਦੇ ਦੌਰਾਨ ਸਿਰਫ ਤੇ ਸਿਰਫ ਉਸਦੇ ਬੁੱਲ੍ਹਾਂ ਨੂੰ ਹੀ ਪੜ੍ਹ ਰਿਹਾ ਸੀ। ਹਰ ਵਾਰ ਜਦੋਂ ਉਹ ਕੁਝ ਬੋਲਦੀ, ਬੁੱਲ੍ਹ ਹਿਲਦੇ ਤਾਂ ਇੱਕ ਅਜਬ ਆਕਰਸ਼ਣ ਆਪਣੇ ਜਾਦੂ ਵਿੱਚ ਲੈ ਜਾਂਦਾ। ਉਸ ਵੈਰੀ ਨਾਗ ਦੇ ਕੁਦਰਤੀ ਚਸ਼ਮੇ ਵਾਂਗ ਜਿਸ ਦਾ ਪਹਿਲਾ ਝਲਕਾ ਹੀ ਉਸ ਕਾਦਰ ਪ੍ਰਤੀ ਸਜਦਾ ਕਰਵਾ ਦਿੰਦਾ ਹੋਵੇ, ਤੇ ਉਹ ਵੀ ਸਹਿਜ ਹੀ। ਸਾਡੀ ਕਾਮਨ ਫਰੈਂਡ ਨੇ ਬਸ ਕੈਜੂਅਲ ਜੀ ਇੰਟਰੋਡਕਸ਼ਨ ਤੇ ਕਰਵਾਈ ਸੀ ਨਿੱਕੀ ਦੇ ਨਾਲ। ਬਸ ਮੈਂ ਤੇ ਸਿਰਫ ਉਸਦਾ ਨਾਮ ਹੀ ਸੁਣਿਆ ਸੀ ਉਸਦੇ ਮੂੰਹ, ਬਾਕੀ ਮੇਰੇ ਕੰਨ ਤੇ ਅੱਖਾਂ ਤੇ ਸਿਰਫ ਉਸਦੇ ਬੁੱਲ ਪੜ ਰਹੇ ਸਨ। ਕਈ ਵਾਰ ਕਾਫੀ ਸ਼ਾਪਸ ਤੇ ਮਿਲੇ, ਕੁਝ ਬਰਥਡੇ ਪਾਰਟੀਆਂ ਵੀ ਅਟੈਂਡ ਕੀਤੀਆਂ। ਜਿਵੇਂ ਮੇਰੇ ਅੰਦਰ ਵੀ ਇੱਕ ਬੱਚਾ ਮਚਲ ਰਿਹਾ ਸੀ ਉਹ ਬਰਥਡੇ ਵਾਲੀ ਹੈਟ ਪਾਉਣ ਵਾਸਤੇ। ਹਾਂ, ਜੋ ਆਮ ਤੌਰ ਤੇ ਬੱਚੇ ਪਾਉਂਦੇ ਨੇ ਇਹੋ ਜਿਹੀਆਂ ਪਾਰਟੀਆਂ ਦੇ ਵਿੱਚ। ਘਰ ਆ ਕੇ ਹਰ ਵਾਰ ਮੈਨੂੰ ਹੋਰ ਕੁਝ ਵੀ ਨਹੀਂ ਸੀ ਸੁਣਦਾ ਕਿਸੇ ਦਾ, ਸਿਰਫ ਤੇ ਸਿਰਫ ਉਸਦੇ ਬੁੱਲ। ਪਾਰਟੀ ਵਿੱਚ ਖਿੱਚੀਆਂ ਤਸਵੀਰਾਂ ਦੇ ਵਿੱਚੋਂ ਮੇਰੀ ਅੱਖ ਸਿਰਫ ਨਿੱਕੀ ਤੇ ਠਹਿਰਦੀ। ਇਹ ਇਨਫੈਚੁਏਸ਼ਨ ਸੀ ਜਾਂ ਅਟਰੈਕਸ਼ਨ ਜਾਂ ਕੁਝ ਹੋਰ, ਪਤਾ ਨਹੀਂ, ਪਰ ਇੱਕ ਤਿਲਸਮੀ ਜਾਦੂ ਚੱਲ ਰਿਹਾ ਸੀ। ਆਈ ਥਿੰਕ ਇਟ ਵਾਸ ਨਵੰਬਰ। ਤਕਰੀਬਨ 3 ਮਹੀਨੇ ਹੋ ਚੁੱਕੇ ਸਨ ਮੈਨੂੰ ਉਸ ਨੂੰ ਪਹਿਲੀ ਵਾਰ ਮਿਲਿਆ। ਰਾਤ ਤਕਰੀਬਨ 8:30 ਵਜੇ ਨਿੱਕੀ ਦਾ ਫੋਨ ਆਇਆ, ਪਰ ਕੁਝ ਅਸਹਿਜ ਜਿਹੀ ਆਵਾਜ਼ ਸੀ। ਕੁਝ ਤਾਂ ਸੀ ਜੋ ਉਸ ਨੂੰ ਡਿਸਟਰਬ ਕਰ ਰਿਹਾ ਸੀ। ਮੈਂ ਬਹੁਤ ਹੀ ਘੱਟ ਫੋਨ ਕੀਤੇ ਹੋਣਗੇ ਉਸ ਨੂੰ, ਜੇ ਕਦੀ ਕੀਤੇ ਵੀ ਤਾਂ ਬੜੇ ਕੈਜੂਅਲ ਜੇ, ਪਰ ਉਸ ਦਾ ਫੋਨ ਤਾਂ ਪਹਿਲੀ ਵਾਰ ਆਇਆ ਸੀ ਤੇ ਉਹ ਵੀ ਬੜੀ ਡਿਸਟਰਬ ਆਵਾਜ਼ ਵਿੱਚ। ਥੋੜੀ ਜਿਹੀ ਗੱਲ ਕਰਨ ਤੋਂ ਬਾਅਦ ਉਸਨੇ ਫੋਨ ਤਾਂ ਬੰਦ ਕਰ ਦਿੱਤਾ ਇੱਧਰ ਉੱਧਰ ਦੀਆਂ ਗੱਲਾਂ ਕਰਕੇ, ਪਰ ਕੁਝ ਤਾਂ ਸੀ ਜੋ ਉਸ ਨੂੰ ਡਿਸਟਰਬ ਕਰ ਰਿਹਾ ਸੀ। ਮੈਂ ਦੁਬਾਰਾ ਕਾਲ ਕੀਤੀ, ਫਿਰ ਖੁਦ ਹੀ ਕੱਟ ਦਿੱਤੀ। ਪਤਾ ਨਹੀਂ ਕਿਉਂ, ਪਰ ਮੈਂ ਸਾਰੀ ਰਾਤ ਸੌਂ ਨਹੀਂ ਸਕਿਆ। ਹਰ ਰੋਜ਼ ਨਿੱਕੀ ਨੂੰ ਆਪਣੇ ਖਿਆਲਾਂ ਵਿੱਚ, ਆਪਣੀ ਗੋਦੀ ਵਿੱਚ ਉਸਦਾ ਸਿਰ ਸਹਿਲਾਉਂਦਿਆਂ ਸੁੱਤਾ ਸੀ ਮੈਂ। ਪਰ ਅੱਜ ਨੀਂਦ ਤਾਂ ਜਿਵੇਂ ਵੀਜ਼ਾ ਲਗਵਾ ਕੇ ਕਿਸੇ ਦੂਜੇ ਮੁਲਕ ਚਲੀ ਗਈ ਹੋਵੇ ਬਿਨਾਂ ਰਿਟਰਨ ਟਿਕਟ ਤੋਂ। 1 ਹਫ਼ਤੇ ਬਾਅਦ ਦੁਬਾਰਾ ਮੁਲਾਕਾਤ ਹੋਈ। ਸਭ ਕੁਝ ਨਾਰਮਲ ਸੀ, ਪਰ ਅਸਲ ਵਿੱਚ ਸੀ ਨਹੀਂ। ਮੈਂ ਕੋਸ਼ਿਸ਼ ਕੀਤੀ ਪੁੱਛਣ ਦੀ, ਪਰ ਪੁੱਛ ਨਾ ਸਕਿਆ। ਸ਼ਾਇਦ ਕੋਈ ਘਰ ਦੀ ਗੱਲ ਜਾਂ ਕੋਈ ਪਰਸਨਲ ਗੱਲ, ਪਤਾ ਨਹੀਂ। ਲਗਾਤਾਰ ਛੇਤੀ ਸਾਡੀਆਂ ਮੁਲਾਕਾਤਾਂ ਹੋਈਆਂ, ਕਾਫੀ, ਟੀ, ਪਿਕਨਿਕ ਤੇ। ਕਈ ਵਾਰ ਅਸੀਂ ਇਕੱਠੇ ਹੋਏ, ਕਈ ਵਾਰ ਅਸੀਂ ਇੱਕ ਬੱਸ ਵਿੱਚ ਸਫ਼ਰ ਕਰਕੇ ਉਸਦੇ ਘਰ ਵੀ ਆਏ। ਉਸਨੂੰ ਮੈਂ ਘਰ ਤੱਕ ਛੱਡਿਆ। ਨਾ ਕਦੀ ਉਸਨੇ ਅੰਦਰ ਆਉਣ ਵਾਸਤੇ ਕਿਹਾ ਤੇ ਨਾ ਹੀ ਕਦੀ ਮੈਂ ਇਸ ਦਾ ਜ਼ਿਕਰ ਕੀਤਾ। ਤਕਰੀਬਨ 8 ਕਿਲੋਮੀਟਰ ਦਾ ਫਾਸਲਾ ਹੋਵੇਗਾ ਉਸਦਾ ਮੇਰੇ ਘਰ ਤੋਂ। ਹਮੇਸ਼ਾ ਪੈਦਲ ਹੀ ਆਇਆ ਉਸ ਨੂੰ ਘਰ ਛੱਡ ਕੇ, ਪਰ ਕਦੇ ਲੱਗਿਆ ਹੀ ਨਹੀਂ ਕਿ ਜਿਵੇਂ ਤੁਰਿਆ ਹੋਵਾਂ।
ਤੂੰ ਵਕਤੇ ਆ ਜਾਵੀਂ, ਵੀ ਆਲ ਵਿਲ ਹੈਵ ਫਨ। ਇਹ ਕਹਿ ਕੇ ਸੀਮਾ ਨੇ ਫੋਨ ਕੱਟ ਦਿੱਤਾ ਤੇ ਆਪਣੀ ਲਾਈਵ ਲੋਕੇਸ਼ਨ ਮੈਨੂੰ ਭੇਜ ਦਿੱਤੀ। ਬੀਅਰ, ਵਾਈਨ, ਸਕਾਚ, ਸਿੰਗਲ ਮਾਲਟ ਦਾ ਇੱਕ ਬਹੁਤ ਵੱਡਾ ਜ਼ਖੀਰਾ ਸੀ ਸੀਮਾ ਦੇ ਕੋਲ, ਤੇ ਮੈਨੂੰ ਲਿਕਰ ਚੰਗਾ ਵੀ ਬੜਾ ਲੱਗਦਾ ਸੀ। ਪਰ ਪਤਾ ਨਹੀਂ ਕਿਉਂ ਅੱਜ ਜਾਣ ਦਾ ਮਨ ਨਹੀਂ ਸੀ। ਇੱਕ ਟੈਕਸਟ ਨੇ ਮੇਰਾ ਇਰਾਦਾ ਇੰਜ ਬਦਲਿਆ ਜਿਵੇਂ ਪਹਾੜਾਂ ਵਿੱਚ ਮੌਸਮ। ਸੀਮਾ ਦਾ ਨਿੱਕੀ ਵਾਲਾ ਟੈਕਸਟ ਗਲਤੀ ਨਾਲ ਮੈਨੂੰ ਆ ਗਿਆ। ਸੋ ਇਟ ਵਾਜ਼ ਵੈਰੀ ਕਲੀਅਰ ਦੈਟ ਨਿੱਕੀ ਵੁੱਡ ਬੀ ਦੇਅਰ। ਮੈਂ ਫਟਾਫਟ ਨਹਾ ਕੇ ਤਿਆਰ ਹੋ ਗਿਆ ਉਸਦੇ ਬੁੱਲਾਂ ਨੂੰ ਇੱਕ ਵਾਰ ਫੇਰ ਪੜ੍ਹਨ ਵਾਸਤੇ। ਪਰ ਹਾਲੇ ਤਾਂ ਸਿਰਫ 3 ਹੀ ਵਜੇ ਸਨ ਦੁਪਹਿਰ ਦੇ, ਤੇ ਜਾਣਾ ਸੀ ਰਾਤ 8 ਵਜੇ। ਉਹ 5 ਘੰਟੇ ਕਿਵੇਂ ਕੱਢੇ ਮੈਨੂੰ ਪਤਾ ਹੈ। ਜਿਵੇਂ ਸੁਪਰੀਮ ਕੋਰਟ ਵੱਲੋਂ ਕਿਸੇ ਨੂੰ 5 ਸਾਲ ਦੀ ਕੈਦ ਬਾ ਮੁਸ਼ੱਕਤ ਦੇ ਦਿੱਤੀ ਹੋਵੇ। ਮੁੱਕਣ 'ਚ ਸੀ ਨਹੀਂ ਆਉਂਦੇ। ਖੈਰ, ਘੜੀ ਨੇ ਆਪਣੀ ਰਫ਼ਤਾਰ ਤੇ ਚਲਦਿਆਂ 8 ਵਜਾਏ। ਹੈਲੋ ਸੀਮਾ ਡੀਅਰ, ਬੈਲ ਕਰਨ ਤੋਂ ਬਾਅਦ ਸੀਮਾ ਦੇ ਦਰਵਾਜ਼ਾ ਖੋਲ੍ਹਦਿਆਂ ਹੀ ਮੈਂ ਉਸਨੂੰ ਕਿਹਾ। ਪਰ ਦਿਲ ਤੇ ਨਜ਼ਰਾਂ ਜਿਵੇਂ ਸੀਮਾ ਨੂੰ ਦੇਖ ਕੇ ਵੀ ਨਹੀਂ ਦੇਖ ਰਹੀਆਂ ਸਨ। ਇਸ ਐਕਸਕਲੂਸਿਵ ਜਿਹੀ ਪਾਰਟੀ ਵਿੱਚ ਅਸੀਂ ਸਿਰਫ 5 ਜਾਣੇ ਸੀ, ਨਿੱਕੀ ਨੂੰ ਲੈ ਕੇ। ਪਰ ਅੱਜ ਤਾਂ ਨਿੱਕੀ ਨੇ ਮੇਰੇ ਨਾਲ ਸਿਵਾਏ ਹੈਲੋ ਦੇ ਹੋਰ ਕੋਈ ਗੱਲ ਵੀ ਨਹੀਂ ਸੀ ਕੀਤੀ। ਇੱਥੋਂ ਤੱਕ ਕਿ ਤੱਕਿਆ ਵੀ ਨਹੀਂ ਸੀ ਮੇਰੇ ਵੱਲ। 2 ਘੰਟਿਆਂ ਦੇ ਵਿੱਚ ਮੈਂ ਇੱਕ ਡਰਿੰਕ ਵੀ ਖਤਮ ਨਹੀਂ ਸੀ ਕਰ ਸਕਿਆ। ਸਾਹਮਣੇ ਬੈਠਾ ਸੋਫੇ ਤੇ ਨਿੱਕੀ ਦੇ ਬੁੱਲਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅੱਜ ਤਾਂ ਇੰਜ ਲੱਗ ਰਿਹਾ ਸੀ ਕਿ ਮੈਂ ਹਾਲੇ ਸਕੂਲ ਵਿੱਚ ਦਾਖਲ ਹੀ ਨਹੀਂ ਹੋਇਆ। 2 ਹਫ਼ਤਿਆਂ ਬਾਅਦ ਅਚਾਨਕ ਫਿਰ ਉਸੇ ਮਾਲ ਦੇ ਵਿੱਚ ਮਿਲੇ। ਅੱਜ ਤਾਂ ਸੀ ਕੁਛ। ਪਤਾ ਨਹੀਂ ਤੁਰਦਿਆਂ ਮੈਂ ਕਦੋਂ ਨਿੱਕੀ ਦਾ ਹੱਥ ਪਕੜ ਲਿਆ। ਐਨ ਮਾਲ ਦੇ ਸੈਂਟਰ ਵਿੱਚ ਲੱਗੇ ਬੈਂਚ ਉੱਤੇ ਬੈਠ ਗਏ। ਮੈਂ ਉਸਦੀ ਗੋਦੀ ਵਿੱਚ ਸਿਰ ਰੱਖਿਆ। ਉਹ ਮੇਰੇ ਵਾਲਾਂ ਨੂੰ ਸਹਿਲਾਉਣ ਲੱਗੀ। ਉਹ ਕੁਝ ਕਹਿ ਰਹੀ ਸੀ, ਪਰ ਮੈਂ ਸੁਣ ਨਹੀਂ ਸੀ ਰਿਹਾ। ਬਸ ਅੰਤਰ ਧਿਆਨ ਹੋਏ ਉਸਦੀਆਂ ਉਂਗਲਾਂ ਨੂੰ ਮਹਿਸੂਸ ਕਰ ਰਿਹਾ ਸੀ। ਉਹ ਲਗਾਤਾਰ ਕਹਿੰਦੀ ਰਹੀ, ਨਿੱਕੀ, ਕੈਨ ਵੀ ਬੀ ਟੁਗੇਦਰ ਫॉर द टाइम्स टू कम। ਪਤਾ ਨਹੀਂ ਮੈਂ ਕਿਵੇਂ ਕਹਿ ਦਿੱਤੇ ਉਹ ਸ਼ਬਦ ਜੋ ਸ਼ਾਇਦ ਬਹੁਤ ਲੰਬੇ ਸਮੇਂ ਤੋਂ ਮੇਰੇ ਅੰਦਰ ਦਫਨ ਸਨ। ਪਰ ਅੱਜ ਉਸਦੀਆਂ ਅੱਖਾਂ ਪੜ੍ਹ ਰਿਹਾ ਸੀ। ਬੁੱਲ੍ਹ ਖਾਮੋਸ਼ ਸਨ। ਬੇਰੌਣਕੀ ਉਸਦੀਆਂ ਝਪਕਦੀਆਂ ਪਲਕਾਂ ਨੇ ਹਾਂ ਤਾਂ ਕਰ ਦਿੱਤੀ ਤੇ ਮੈਂ ਕੁੱਟ ਕੇ ਜੱਫੀ ਪਾ ਲਈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਗੱਲ ਸ਼ਾਇਦ ਉਸੇ ਦਿਨ ਮਾਲ ਦੀ ਹੈ। ਨਹੀਂ ਜਨਾਬ, ਇਹ ਉਸ ਤੋਂ ਤਕਰੀਬਨ 2 ਮਹੀਨੇ ਬਾਅਦ ਜਦੋਂ ਅਸੀਂ ਦੁਬਾਰਾ ਸੀਮਾ ਵੱਲ ਇਕੱਠੇ ਹੋਏ, ਉਸ ਵੇਲੇ ਦੀ ਹੈ। ਸੀਮਾ ਤੇ ਬਾਕੀ ਦੋਸਤ, ਮੈਂ, ਨਿੱਕੀ, ਅਸੀਂ ਅੱਜ ਕਿੰਨੀਆਂ ਕੁ ਡਰਿੰਕਸ ਲਈਆਂ ਪਤਾ ਨਹੀਂ। ਪਰ ਅੱਜ ਨਸ਼ਾ ਜਾਮ ਦਾ ਨਹੀਂ, ਸਾਕੀ ਦੀਆਂ ਅੱਖਾਂ ਬਲਕਿ ਉਸਦੀਆਂ ਪਲਕਾਂ ਦਾ ਸੀ। ਸੀਮਾ, ਰਿਸ਼ਭ, ਨਦੀਮ, ਅਰੀਜਾ ਨੇ ਸਾਨੂੰ ਦੋਹਾਂ ਨੂੰ ਕੁਝ ਗਿਫਟ ਦਿੰਦਿਆਂ ਜੱਫੀ ਪਾ ਕੇ ਵਧਾਈ ਦਿੱਤੀ ਤੇ ਸਾਡੀ ਛੋਟੀ ਜਿਹੀ ਵੈਡਿੰਗ ਰਿਸੈਪਸ਼ਨ ਓਵਰ ਟੀ ਲਾਈਟਸ ਮੁਕੰਮਲ ਹੋਈ। ਹਨੀਮੂਨ ਲਈ ਸਾਡਾ ਦੋਹਾਂ ਦਾ ਪਲਾਨ ਯੂਰਪ ਦਾ ਬਣਿਆ। ਮੈਂ ਅਗਲੇ ਹੀ ਦਿਨ ਜਾ ਕੇ ਟਿਕਟਸ ਲੈ ਕੇ ਘਰ ਆਇਆ। ਇਨਸੀਡੈਂਟਲੀ ਵੀਜ਼ਾ ਸਾਡੇ ਦੋਹਾਂ ਦੇ ਕੋਲ ਪਹਿਲਾਂ ਤੋਂ ਹੀ ਸੀ। ਮਾਰਕੀਟ ਵਿੱਚੋਂ ਕੋਈ ਜ਼ਰੂਰੀ ਸਮਾਨ, ਬ੍ਰਾਂਡਡ ਹੈਂਡਬੈਗ, ਸੂਟਕੇਸ ਐਂਡ ਸਮ ਵੈਰੀ ਇੰਪੋਰਟੈਂਟ ਥਿੰਗਸ ਕਿ ਬਾਹਰ ਜਾ ਕੇ ਕਿਤੇ ਸ਼ਰਮ ਨਾ ਆਏ। ਜਾਣ ਤੋਂ ਪਹਿਲਾਂ ਤਾਂ ਸਭ ਠੀਕ ਸੀ। ਅਸੀਂ ਭਾਵੇਂ ਹਾਲੇ ਕੁਝ ਨਹੀਂ ਸੀ ਕੀਤਾ, ਪਰ ਐਵਰੀਥਿੰਗ ਵਾਸ ਨਾਰਮਲ। ਪਰ ਘਰ ਅੰਦਰ ਦਾਖਲ ਹੁੰਦਿਆਂ ਫਿਰ ਇੱਕ ਅਜੀਬ ਚੁੱਪ, ਜਿਵੇਂ ਨਿੱਕੀ ਮੈਨੂੰ ਜਾਣਦੀ ਨਾ ਹੋਵੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸੀਮਾ ਦੇ ਘਰ ਪਹਿਲੀ ਵਾਰ ਹੋਇਆ ਸੀ। ਆਈ ਸਿੰਪਲੀ ਫੇਲ ਟੂ ਅੰਡਰਸਟੈਂਡ, ਪਰ ਮੈਂ ਤਾਂ ਕੁਝ ਕਿਹਾ ਹੀ ਨਹੀਂ। ਫਿਰ ਇਹ ਉਦਾਸੀ, ਬੇਰੌਣਕੀ, ਅਣਜਾਣਪੁਣਾ ਕਿਉਂ? ਲਗਾਤਾਰ ਉੱਠਦੇ ਸਵਾਲਾਂ ਨੇ ਬਥੇਰੀ ਕੋਸ਼ਿਸ਼ ਕੀਤੀ, ਪਰ ਸਵਾਲ ਲਗਾਤਾਰ ਲੜਦੇ ਰਹੇ। ਮੈਂ ਸੀਮਾ ਨੂੰ ਫੋਨ ਕੀਤਾ ਬਾਹਰ ਜਾ ਕੇ ਐਂਡ ਸ਼ੇਅਰਡ ਐਵਰੀਥਿੰਗ ਵਿਦ ਹਰ। ਰਾਤ ਤੋਂ ਲੈ ਕੇ ਹੁਣ ਤੱਕ ਜੋ ਕੁਝ ਹੋਇਆ ਤੇ ਜੋ ਕੁਝ ਨਹੀਂ ਵੀ ਹੋਇਆ। ਪਰ ਹੈਰਾਨ ਹੋਇਆ ਜਦੋਂ ਸੀਮਾ ਨੇ ਮੈਨੂੰ ਕਿਹਾ ਕਿ ਨਿੱਕੀ ਤਾਂ ਕਹਿੰਦੀ ਸੀ ਕਿ ਉਸਨੇ ਮੈਨੂੰ ਮਾਲ ਦੇ ਵਿੱਚ ਸਭ ਕੁਝ ਦੱਸ ਦਿੱਤਾ ਸੀ ਉਸ ਦਿਨ, ਜਿਸ ਦਿਨ ਮੈਂ ਮਾਲ ਦੇ ਸੈਂਟਰ ਵਿੱਚ ਲੱਗੇ ਬੈਂਚ ਉੱਤੇ ਉਸਦੀ ਗੋਦੀ 'ਚ ਸਿਰ ਰੱਖ ਕੇ ਲੇਟਿਆ ਹੋਇਆ ਸੀ। ਓ ਮਾਈ ਗॉड! ਹਾਂ, ਨਿੱਕੀ ਕੁਝ ਕਹਿ ਤਾਂ ਰਹੀ ਸੀ, ਲਗਾਤਾਰ ਕਹਿ ਰਹੀ ਸੀ, ਪਰ ਉਸਨੇ ਕਿਹਾ ਕੀ?
ਮੈਂ ਤਾਂ ਕੁਝ ਵੀ ਨਹੀਂ ਸੀ ਸੁਣਿਆ। ਮੈਂ ਤਾਂ ਸਿਰਫ ਉਸ ਦੀਆਂ ਉਂਗਲਾਂ ਨੂੰ ਮਹਿਸੂਸ ਕਰ ਰਿਹਾ ਸੀ। ਓਹ ਮਾਈ ਗॉड! ਵਾਟ ਵਾਸ ਇਟ? ਮੈਂ ਫਲੈਸ਼ਬੈਕ ਵਿੱਚ ਜਾ ਕੇ ਬਥੇਰੀ ਕੋਸ਼ਿਸ਼ ਕੀਤੀ ਯਾਦ ਕਰਨ ਦੀ, ਪਰ ਕਿੱਥੋਂ? ਓਹ ਗॉश! ਓਹ ਗॉश! ਵਾਟ ਵਾਸ ਇਟ? ਮੈਨੂੰ ਆਪਣੇ ਆਪ ਤੇ ਬੜੀ ਸ਼ਰਮ ਆਈ। She shared everything of her life with me and I'm a fool. I simply ignored it. ਹੁਣ ਕੀ ਕਰਾਂ? ਉਸਨੂੰ ਦੁਬਾਰਾ ਪੁੱਛਾਂ? ਨਹੀਂ, ਉਹ ਨਾਰਾਜ਼ ਹੋ ਜਾਏਗੀ। ਮੈਨੂੰ ਲੱਗ ਰਿਹਾ ਸੀ ਜਿਵੇਂ ਮੈਨੂੰ ਤੇਜ਼ ਬੁਖਾਰ ਚੜ੍ਹ ਰਿਹਾ ਹੋਵੇ, ਪਰ ਪਿੰਡਾ ਤਾਂ ਇੰਝ ਸੀ ਜਿਵੇਂ ਕਿਸੇ ਫਰਿੱਜ ਦੇ ਵੱਡੇ ਫਰੀਜ਼ਰ ਦੇ ਵਿੱਚੋਂ ਕੱਢਿਆ ਹੋਵੇ। ਮੈਂ ਸੀਮਾ ਨੂੰ ਦੁਬਾਰਾ ਫੋਨ ਕੀਤਾ। ਉਸ ਕੋਲੋਂ ਮੁਆਫੀ ਮੰਗੀ ਤੇ ਬਾਰ-ਬਾਰ ਰਿਕੁਐਸਟ ਕੀਤੀ ਕਿ ਉਹ ਮੈਨੂੰ ਕੁਝ ਤਾਂ ਦੱਸੇ, ਮੈਨੂੰ ਕੁਝ ਤੇ ਸ਼ੇਅਰ ਕਰੇ। ਹਾਂ, ਸੀਮਾ ਨੇ ਫੋਨ ਬੰਦ ਕਰਨ ਤੋਂ ਪਹਿਲਾਂ ਸਿਰਫ ਇੱਕ ਹੀ ਗੱਲ ਕਹੀ, ਲਾਲ ਰੰਗ। ਲਾਲ ਰੰਗ? ਮੇਰਾ ਸਿਰ ਚਕਰਾ ਰਿਹਾ ਸੀ। ਲਾਲ ਰੰਗ। ਮੈਂ ਕਮਰੇ ਵਿੱਚ ਆ ਕੇ ਚਾਰੇ ਪਾਸੇ ਨਜ਼ਰ ਘੁਮਾਈ, ਘਰ ਦੇ ਬਾਹਰ ਨਿਕਲ ਕੇ ਵੀ ਦੇਖਿਆ, ਸ਼ੀਸ਼ੇ ਵਿੱਚ ਵੀ ਦੇਖਿਆ, ਆਪਣੇ ਆਪ ਨੂੰ ਵੀ ਦੇਖਿਆ, ਪਰ ਕੁਛ ਨਹੀਂ। ਲਾਲ? I just couldn't make out. What was it? I tried to make different permutations, combinations, but result ਤਾਂ zero. Shall I ask Nikki again? ਲਗਾਤਾਰ ਇਹ ਸਵਾਲ ਮੈਂ ਆਪਣੇ ਆਪ ਨਾਲ ਕਰ ਰਿਹਾ ਸੀ। ਮੈਂ ਇੱਕ ਡਰਿੰਕ ਬਣਾ ਕੇ ਬਾਹਰ ਬਰਾਮਦੇ ਵਿੱਚ ਆ ਕੇ ਬੈਠ ਗਿਆ। ਕੱਲ ਸਾਡੀ ਸ਼ਾਦੀ ਹੋਈ ਸੀ ਤੇ ਕੱਲ ਸਾਡੀ ਫਲਾਈਟ ਉੱਡਣ ਤੋਂ ਪਹਿਲਾਂ ਹੀ ਜਿਵੇਂ ਕ੍ਰੈਸ਼ ਕਰ ਗਈ ਹੋਵੇ। ਸਾਰੇ ਪਾਸੇ ਲਹੂ ਹੀ ਲਹੂ। ਹਾਂ, ਲਾਲ ਰੰਗ। ਓ ਮਾਈ ਗॉड! ਇਹ ਮੈਂ ਕੀ ਸੋਚ ਰਿਹਾ? ਨਹੀਂ, no, we didn't even consummate. Then how the blood? Then how could she bleed? ਪਰ ਕੁਝ ਤਾਂ ਸੀ। ਮੈਂ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ। ਪਹਿਲੀ ਮੁਲਾਕਾਤ ਮਾਲ ਦੇ ਵਿੱਚ, ਉਸਦੇ ਬੁੱਲ। ਯੈਸ, ਓ ਮਾਈ ਗॉड! ਨਾਓ ਆਈ ਰਿਮੈਂਬਰ। ਉਸਦੇ ਬੁੱਲਾਂ ਉੱਤੇ ਕੋਈ ਲਿਪਸਟਿਕ ਨਹੀਂ ਸੀ, ਕਦੇ ਵੀ ਨਹੀਂ ਸੀ। ਈਵਨ ਕੱਲ ਰਿਸੈਪਸ਼ਨ ਤੇ ਵੀ ਨਹੀਂ ਸੀ। ਮੈਂ ਗੌਰ ਹੀ ਨਹੀਂ ਸੀ ਕੀਤਾ। ਸੀਮਾ ਦੇ ਘਰ ਪਹਿਲੀ ਵਾਰ ਜਦੋਂ ਮਿਲਿਆ, ਓ ਮਾਈ ਗॉड! ਹਾਂ, ਮੈਂ ਲਾਲ ਰੰਗ ਦੀ ਸ਼ਰਟ ਪਾਈ ਹੋਈ ਸੀ। ਮੈਂ ਤੇਜ਼ੀ ਨਾਲ ਅੰਦਰ ਗਿਆ ਤੇ ਲਿਆਂਦੇ ਸਮਾਨ ਨੂੰ ਫਿਰ ਦੇਖਿਆ। ਓ ਸ਼ਿਟ! ਗੁੱਚੀ ਦਾ ਹੈਂਡਬੈਗ ਸੁਰਖ ਲਾਲ ਸੀ। ਮੈਂ ਸਮਝ ਗਿਆ। ਮੈਂ ਬੈਗ ਚੁੱਕਿਆ, ਅਲਮਾਰੀ ਖੋਲੀ, ਆਪਣੀ ਲਾਲ ਸ਼ਰਟ ਕੱਢੀ, ਬੈਗ ਚੇਂਜ ਕਰਨ ਵਾਸਤੇ ਬਾਜ਼ਾਰ ਭੱਜਿਆ। ਸ਼ਰਟ ਰਸਤੇ ਵਿੱਚ ਹੀ ਕਿਸੇ ਰਿਕਸ਼ਾ ਪੁਲਰ ਨੂੰ ਹੈਂਗਰ ਸਮੇਤ ਹੀ ਦੇ ਦਿੱਤੀ। ਬੈਗ ਲਾਲ ਤੋਂ ਹਰਾ। ਘਰ ਆ ਕੇ ਨਿੱਕੀ ਨੂੰ ਇੱਕ ਡਰਿੰਕ ਬਣਾ ਕੇ ਹਰੇ ਬੈਗ ਨੂੰ ਦਿਖਾ ਕੇ ਉਸਨੂੰ ਹੱਕ ਕੀਤੀ। ਗ੍ਰੀਨ ਬੈਗ ਦੇਖ ਕੇ ਤਾਂ ਜਿਵੇਂ ਬਸੰਤੀ ਫੁੱਲ ਖਿੜ ਜਾਂਦੇ ਨੇ, ਉਸਦੇ ਚਿਹਰੇ ਦੇ ਉੱਤੇ ਉਸਦਾ ਚਿਹਰਾ ਮੁਸਕਰਾ ਰਿਹਾ ਸੀ, ਮਹਿਕ ਰਿਹਾ ਸੀ। ਅੱਜ 2 ਸਾਲ ਬਾਅਦ ਪੇਂਟਿੰਗ ਕਰਦਿਆਂ ਅਚਾਨਕ ਸਕਾਰਲੇਟ ਰੈਡ ਦਾ ਮਿਕਸ ਤਿਆਰ ਕੀਤਾ। ਜਦੋਂ ਨਿੱਕੀ ਨੇ ਬਾਹ ਮਾਰ ਕੇ ਕੈਨਵਸ ਉੱਤੇ ਪਏ ਬਾਕੀ ਰੰਗਾਂ ਨੂੰ ਲਾਲੋ ਲਾਲ ਕਰ ਦਿੱਤਾ। ਸ਼ਾਇਦ ਤਲਖ ਯਾਦਾਂ, ਕੌੜੇ ਜ਼ਖਮ ਇੱਕ ਵਾਰ ਫੇਰ ਲਾਲ ਹੋ ਗਏ। ਜਦੋਂ ਉਸਦੇ ਪਹਿਲੇ ਬॉयਫ੍ਰੈਂਡ ਨੇ ਉਸਦੇ ਅੰਡਰਗਾਰਮੈਂਟਸ ਦੇ ਉੱਤੇ ਗਿਰੇ ਤਾਜ਼ੇ ਬਲੱਡ ਦੀਆਂ ਪਿਕਚਰਾਂ ਖਿੱਚ ਕੇ ਲਗਾਤਾਰ ਉਸਨੂੰ ਬਲੈਕਮੇਲ ਕੀਤਾ ਸੀ। ਤੇ ਫਿਰ ਉਸਦੀ ਪਹਿਲੀ ਤੇ ਦੂਜੀ ਮੈਰਿਜ ਵੀ ਉਹ ਬਲੀਡ ਹੁੰਦੀ ਰਹੀ ਆਪਣੇ ਪਤੀਆਂ ਦੀ ਮਾਰ ਤੋਂ। ਅੱਜ ਅਸੀਂ ਆਪਣੀ ਜ਼ਿੰਦਗੀ ਦੇ ਕੈਨਵਸ ਉੱਤੇ ਵੱਖ-ਵੱਖ ਰੰਗਾਂ ਨਾਲ ਖੇਡ ਰਹੇ ਹਾਂ, ਪਰ ਮੈਂ ਡਾਈਵੋਰਸ ਦੇ ਦਿੱਤਾ ਹੈ ਲਾਲ ਰੰਗ ਨੂੰ। ਲਵ ਯੂ ਨਿੱਕੀ, ਲਵ ਯੂ ਨਿੱਕੀ। ਦੋਸਤੋ, ਇਹ ਸੀ ਛੋਟੀ ਜਿਹੀ ਕਹਾਣੀ ਕੈਨਵਸ। ਟੇਕ 1 ਫਿਲਮਸ ਦਾ ਇਹ ਇੱਕ ਉਪਰਾਲਾ ਅਲਫਾਜ਼ੇ ਜਜ਼ਬਾਤ ਦੇ ਰਾਹੀਂ ਤੁਹਾਡੇ ਤੱਕ ਉਹਨਾਂ ਕਹਾਣੀਆਂ ਨੂੰ ਪਹੁੰਚਾਉਣ ਦਾ, ਉਹਨਾਂ ਦਿਲ ਦੇ ਵਲਵਲਿਆਂ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦਾ ਇੱਕ ਸ਼ਲਾਘਾਯੋਗ ਹੈ। ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਟੇਕ 1 ਫਿਲਮਸ ਦੇ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਹਮੇਸ਼ਾ ਇਹਨਾਂ ਕਹਾਣੀਆਂ, ਕਵਿਤਾਵਾਂ, ਪੋਇਟਰੀ ਔਰ ਸਾਰੇ ਨਿਵੇਕਲੇ ਉਪਰਾਲਿਆਂ ਦੇ ਨਾਲ ਜੁੜੇ ਰਹੋ।
ਧੰਨਵਾਦ।